ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰਾ ਕੀਤਾ ਜਾਤੋਂ ਨਾਹੀ ਮੈਨੂੰ ਜੋ ਕਿਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ। ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ। ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਆਪ ਸਾਰੇ ਮਾਈ ਭਾਈ ਰੱਬ ਰੂਪੀ ਸੰਗਤਾਂ ਰੋਜ਼ਾਨਾ ਅੰਮ੍ਰਿਤ ਵੇਲੇ ਨਿਤਾ ਪ੍ਰਤੀ ਜਾਗ ਕੇ ਸਤਿਗੁਰੂ ਦੀ ਬਾਣੀ ਦਾ ਲਾਹ ਖੱਟ ਰਹੇ ਹੋ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਦੇ ਇਸ ਪੰਕਤੀ ਤੇ ਪਹਿਰਾ ਦੇ ਕੇ ਆਪ ਸਾਰੇ ਮਾਈ ਭਾਈ ਸਤਿਗੁਰੂ ਦੀ ਖੁਸ਼ੀਆਂ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਪਾ ਰਹੇ ਹੋ। ਇਹ ਤੁਹਾਡੇ ਉੱਚੇ ਵੱਡੇ ਭਾਗ ਹਨ। ਆਓ ਕੁਝ ਸਮਾਂ ਚੱਲ ਰਹੀ ਲੜੀਵਾਰ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਨਾਲ ਅਸੀਂ ਜੁੜਨ ਦਾ ਯਤਨ ਕਰੀਏ। ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ, ਸਤਿਗੁਰ ਰਹਿਮਤ ਕਰਕੇ ਆਪਣੀ ਸੇਵਾ ਆਪ ਕਰਾ ਲੈਣ। ਸਾਰੇ ਮਾਈ ਭਾਈ ਮਨ ਬਿਰਤੀ ਨੂੰ ਇਕਾਗਰ ਕਰਨ ਲਈ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫੇਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। 23 ਪੌੜੀਆਂ ਦੀ ਵਿਚਾਰ ਸਤਿਗੁਰੂ ਨੇ ਤਰੁੱਟ ਕੇ ਲਈ ਹੈ। ਅੱਜ 24ਵੀਂ ਪੌੜੀ ਦੀ ਵਿਚਾਰ ਜਪਜੀ ਸਾਹਿਬ ਦੀ ਲੜੀਵਾਰ ਵਿਚਾਰਨ ਦਾ ਯਤਨ ਕਰਨਾ ਹੈ। ਸਤਿਗੁਰੂ ਰਸਨਾ ਤੇ ਆ ਬੈਠਨ, ਅਗਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਗੁਰੂ ਸਾਹਿਬ ਹੁਣ ਇਸ ਪੌੜੀ ਦੇ ਅੰਦਰ ਇਹ ਸਮਝਾਉਣਾ ਕਰ ਰਹੇ ਹਨ, ਜਿਹੜੇ ਲੋਕ ਪਰਮਾਤਮਾ ਦਾ ਅੰਤ ਪਾਉਣ ਵਾਸਤੇ ਦਾਅਵਾ ਕਰ ਰਹੇ ਹਨ, ਸਤਿਗੁਰੂ ਨੇ ਇਸ ਪੌੜੀ ਦੇ ਅੰਦਰ ਉਹਨਾਂ ਦੀਆਂ ਭਰਮ ਤੋੜੇ ਹਨ ਔਰ ਪਰਮਾਤਮਾ ਦੀਆਂ ਸਿਫਤਾਂ ਦੱਸ ਕੇ ਉਸ ਦੀ ਬੇਅੰਤਤਾ ਦਾ ਵਰਣਨ ਕਰਕੇ ਉਹਨਾਂ ਲੋਕਾਂ ਨੂੰ ਭਰਮਾਂ ਦੇ ਵਿੱਚ ਪਿਆਂ ਨੂੰ, ਭਾਈ ਇੱਧਰ ਸਮੇਂ ਨੂੰ ਅਜ਼ਾਇਆ ਨਾ ਕਰੋ। ਤੁਹਾਨੂੰ ਜੀਵਨ ਮਿਲਿਆ ਹੈ। ਕੋਈ ਪਿਓ ਦਾ ਜਨਮ ਲੱਭਦਾ ਹੋਵੇ, ਪਿਓ ਕਦੋਂ ਪੈਦਾ ਹੋਇਆ ਸੀ, ਤੇ ਗੁਰੂ ਸਾਹਿਬ ਕਹਿੰਦੇ ਨੇ ਪਿਤਾ ਕਾ ਜਨਮ ਕੇ ਜਾਣੇ ਪੂਤ। ਤੋ ਉਸ ਨੂੰ ਮੁੱਖ ਰੱਖਦੇ ਹੋਏ ਸਤਿਗੁਰੂ ਨੇ ਉਹਨਾਂ ਸ਼ਰੀਰਾਂ ਨੂੰ, ਉਹ ਸਿੱਧਾਂ ਨੂੰ ਉਪਦੇਸ਼ ਦਿੰਦੇ ਹੋਏ ਸਾਨੂੰ ਵੀ ਇਹੀ ਸਮਝਾਉਣਾ ਚਾਹ ਰਹੇ ਹਨ, ਭਾਈ ਪਰਮਾਤਮਾ ਦੇ ਅੰਤ ਪਾਉਣ ਦਾ ਦਾਅਵਾ ਨਾ ਕਰੀਏ। ਤੋ ਸਤਿਗੁਰੂ ਅੱਜ ਕੀ ਕਹਿ ਰਹੇ ਹਨ, ਆਓ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਸਿਫਤੀ। ਉਹਦੀ ਸਿਫਤਾਂ ਦਾ ਸਾਧ ਸੰਗਤ ਕੋਈ ਵੀ ਅੰਤ ਨਹੀਂ ਹੈ। ਕਹਿਣ ਨਾ ਅੰਤ, ਨਾ ਕਹਿਣ ਵਿੱਚ ਉਹਦਾ ਅੰਤ ਹੈ, ਕਿਉਂਕਿ ਪਰਮਾਤਮਾ ਦੀਆਂ ਸਿਫਤਾਂ ਬੇਅੰਤ ਨੇ। ਕੋਈ ਵੀ ਰਸਨਾ, ਕੋਈ ਵੀ ਸਰੀਰ,
ਉਸ ਪਰਮਾਤਮਾ ਦੀਆਂ ਸਿਫਤਾਂ ਨੂੰ ਕਹਿ ਨਹੀਂ ਸਕਦਾ। ਉਸਤਤ ਕਰੇ ਹੈ ਅਨੇਕ ਜਨ, ਅੰਤ ਨਾ ਪਾਰਾਵਾਰ। ਨਾਨਕ ਰਚਨਾ ਪ੍ਰਭ ਰਚੀ, ਬਹੁ ਬਿਧ ਅਨੇਕ ਪ੍ਰਕਾਰ। ਉਸ ਨੂੰ ਅਨੇਕਾਂ ਹੀ ਬੰਦੇ ਉਹਦੀਆਂ ਸਿਫਤਾਂ ਕਰ ਰਹੇ ਹਨ, ਪਰ ਉਹ ਇਸ ਰਸਨਾ ਤੋਂ ਪਰੇ ਹੈ ਪਰਮਾਤਮਾ। ਇਹ ਛੋਟੀ ਜੀ ਰਸਨਾ ਉਸ ਪਰਮਾਤਮਾ ਦੀ ਬੇਅੰਤਤਾ ਦਾ ਨਹੀਂ ਅੰਦਾਜ਼ਾ ਲਾ ਸਕਦੀ। ਹਰ ਹਰ ਜਪਤ ਅਨੇਕ ਜਨ, ਨਾਨਕ ਨਾਹੀਂ ਸੁਮਾਰ। ਮਹਾਰਾਜ ਕਹਿੰਦੇ ਨੇ ਉਹ ਤੇ ਗਿਣਤੀ ਤੋਂ ਪਰੇ ਹੈ। ਸੁਮਾਰ ਭਾਵ ਗਿਣਤੀ ਤੋਂ ਪਰੇ ਹੈ। ਕਿਸੇ ਚੀਜ਼ ਦੀ ਗਿਣਤੀ ਤੇ ਹੋ ਸਕਦੀ ਹੈ, ਸਾਡੀ ਤੁਹਾਡੀ ਸਰੀਰਾਂ ਦੀ, ਸਾਡੀ ਪ੍ਰਾਪਰਟੀ ਦੀ, ਸਾਡੀ ਮੁੱਲ ਪੈ ਸਕਦਾ ਹੈ, ਪਰ ਪਰਮਾਤਮਾ ਉਹ ਬੇਅੰਤ ਹੈ, ਉਹਨੂੰ ਕਹਿਣ ਵਿੱਚ ਨਹੀਂ ਅਸੀਂ ਲਿਆ ਸਕਦੇ। ਸੋ ਜਿਹੜੇ ਦਾਅਵਾ ਕਰ ਰਹੇ ਸਨ ਕਿ ਪਰਮਾਤਮਾ ਦਾ ਅਸੀਂ ਅੰਤ ਪਾ ਕੇ ਰਹਿਣਾ ਹੈ, ਮਹਾਰਾਜ ਕਹਿੰਦੇ ਨੇ ਅੰਤ ਨਾ ਅੰਤਾ ਸਦਾ ਬੇਅੰਤਾ। ਉਹ ਸਦਾ ਬੇਅੰਤਾ ਹੈ। ਕਹੋ ਨਾਨਕ ਉੱਚੋ ਉੱਚਾ। ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਅੰਤ ਨਾ ਅੰਤਾ ਸਦਾ ਬੇਅੰਤਾ। ਕਹੋ ਨਾਨਕ ਉੱਚੋ ਉੱਚਾ। ਉਹ ਪਰਮਾਤਮਾ ਸਭ ਤੋਂ ਉੱਚਾ ਹੈ। ਉਹਨੂੰ ਅਸੀਂ ਕਹਿਣ ਦੇ ਵਿੱਚ ਨਾ ਲਿਆਈਏ। ਇੱਕ ਪੰਕਤੀ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਪੰਕਤੀ ਇਹ ਦੱਸਦੀ ਹੈ, ਜੇ ਕੋਈ ਕਵੇ ਨਾ ਮੈਂ ਪਰਮਾਤਮਾ ਦਾ ਅੰਤ ਪਾ ਲਿਆ ਹੈ, ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਜਾਣੋ, ਧਰਤੀ ਪਾਣੀ ਪਰਬਤ ਭਾਰ, ਕਿਉਂ ਕੰਡੈ ਤੋਲੇ ਸੁਨਿਆਰ। ਕਹਿੰਦੇ ਨੇ ਜਿਸ ਤਰ੍ਹਾਂ ਸਮਝੋ ਤੁਸੀਂ, ਜੇ ਕਿਸੇ ਨੇ ਕਿਹਾ ਨਾ ਤੁਹਾਨੂੰ ਅੱਜ ਬੜੇ ਸੰਸਾਰ ਦੇ ਵਿੱਚ ਨਕਲੀ ਦੰਮੀ ਪਖੰਡੀ ਬਾਬੇ ਮਿਲ ਜਾਂਦੇ ਨੇ, ਜੋ ਕਹਿੰਦੇ ਨੇ ਅਸੀਂ ਪਰਮਾਤਮਾ ਨੂੰ ਪਹਿਚਾਨ ਲਿਆ ਹੈ, ਉਸ ਦਾ ਅੰਤ ਪਾ ਲਿਆ ਹੈ। ਗੁਰੂ ਸਾਹਿਬ ਕਹਿੰਦੇ ਨੇ ਕੋਈ ਇਸ ਤਰ੍ਹਾਂ ਦੇ ਭਰਮ ਵਿੱਚ ਤੁਹਾਨੂੰ ਪਾਵੇ ਤੇ ਤੁਸੀਂ ਸਮਝ ਲੈਣਾ, ਜਿਸ ਤਰ੍ਹਾਂ ਧਰਤੀ ਦਾ ਕਿੰਨਾ ਭਾਰ ਹੁੰਦਾ ਹੈ, ਪਰਬਤਾਂ ਦਾ ਕਿੰਨਾ ਭਾਰ ਹੁੰਦਾ ਹੈ, ਪਾਣੀ ਦਾ ਕਿੰਨਾ ਭਾਰ ਹੈ। ਧਰਤੀ ਪਾਣੀ ਪਰਬਤ ਭਾਰ, ਕਿਉਂ ਕੰਡੈ ਤੋਲੇ ਸੁਨਿਆਰ। ਕਹਿੰਦਾ ਇਸ ਤਰ੍ਹਾਂ ਸਮਝੋ, ਮਾਰੇ ਕਹਿੰਦੇ ਜੇ ਸੁਨਿਆਰ ਦਾ ਕੰਡੇ ਦੇ ਉੱਤੇ ਕੋਈ ਇੰਨਾ ਭਾਰ ਤੋਲ ਸਕਦਾ ਹੈ? ਸੁਨਿਆਰੇ ਦਾ ਕੰਡਾ ਕਿੰਨਾ ਕੁ ਹੁੰਦਾ ਹੈ? 1 ਕਿਲੋ 2 ਕਿਲੋ 2 ਕਿਲੋ ਵੀ ਨਹੀਂ ਹੁੰਦਾ, ਉਹ ਤੇ ਗ੍ਰਾਮਾਂ ਦੇ ਵਿੱਚ ਵੀ ਹੁੰਦਾ ਹੈ, 100 ਗ੍ਰਾਮ 200 ਗ੍ਰਾਮ। ਮਹਾਰਾਜ ਕਹਿੰਦੇ ਨੇ ਕੋਈ ਅਗਰ ਉਸ ਦੇ ਵਿਚਾਰ ਨੂੰ ਅੰਤ ਪਾਉਣ ਦਾ ਕਹਿ ਰਹੇ ਹਨ ਤੇ ਉਹ ਸਮਝ ਲੈਣਾ, ਜਿਸ ਤਰ੍ਹਾਂ ਸੁਨਿਆਰੇ ਦੇ ਕੰਡੇ ਦੇ ਉੱਤੇ ਉਹ ਰੱਖ ਕੇ ਧਰਤੀ ਦਾ ਭਾਰ ਤੋਲ ਸਕਦੇ ਨੇ। ਧਰਤੀ ਕਿੰਨੀ ਭਾਰੀ ਹੈ, ਪਾਣੀ ਹੈ, ਪਰਬਤ ਨੇ, ਇਹਨਾਂ ਦਾ ਭਾਰ ਤੋਲ ਸਕਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਉਹਦੀਆਂ ਸਿਫਤਾਂ ਨੂੰ ਨਾ ਕੋਈ ਅੰਤ, ਉਹਦੀ ਸਿਫਤਾਂ ਦਾ ਕੋਈ ਨਹੀਂ ਪਾ ਸਕਦਾ। ਹਾਂ, ਅਸੀਂ ਸਿਫਤਾਂ ਜ਼ਰੂਰ ਕਰਨੀਆਂ ਨੇ, ਕਿਉਂਕਿ ਉਹਦੀ ਸਿਫਤਾਂ ਹੀ ਬੇਅੰਤ ਨੇ। ਅੰਤ ਨਾ ਕਰਨੈ ਦੇਨ ਨਾ ਅੰਤ, ਉਹਦੇ ਕੰਮਾਂ ਦਾ ਵੀ ਕੋਈ ਅੰਤ ਨਹੀਂ ਹੈ। ਸਾਡੇ ਕੋਲ ਇੱਕ ਕੰਮ ਹੋਏ ਨਾ, ਹੁਣ ਪਰਿਵਾਰ ਦੇ ਕੋਈ ਜੀਅ ਹੁੰਦੇ ਨੇ, 1 ਜਾਂ 2 ਕੰਮ ਕਰ ਰਹੇ ਹੁੰਦੇ ਨੇ ਆਪਣੀ ਰੋਜੀ ਚਲਾਉਣ ਵਾਸਤੇ, ਪਰ ਪਰਮਾਤਮਾ ਕੋਲ ਕਿੰਨੇ ਕੰਮ ਨੇ, ਉਹਦਾ ਵੀ ਅੰਤ ਨਹੀਂ ਹੈ। ਦੇਖੋ, ਅਸੀਂ ਇੱਕ ਪਰਿਵਾਰ ਚਲਾਉਣਾ ਹੋਵੇ ਤੇ ਸਾਨੂੰ ਭੰਬਲ ਭੂਸੇ ਪਏ ਹੁੰਦੇ ਨੇ ਕਿ ਬਈ ਇਸ ਤਰ੍ਹਾਂ ਇਨਕਮ ਆਉਣੀ ਹੈ, ਇਸ ਤਰ੍ਹਾਂ ਬੱਚਿਆਂ ਦੀ ਟਿਊਸ਼ਨ ਫੀਸ ਦੇਣੀ ਹੈ, ਇਸ ਤਰ੍ਹਾਂ ਕਈ ਕਿਰਾਏ 'ਤੇ ਰਹਿ ਰਹੇ ਨੇ, ਕਈਆਂ ਨੇ ਟੈਕਸ ਦੇਣੇ ਨੇ, ਕਈਆਂ ਨੇ ਆਪਣੇ ਘਰ ਦੇ ਖਰਚੇ ਕੱਢਣੇ ਨੇ। ਪਰ ਮੈਂ ਜਦ ਪਰਮਾਤਮਾ ਵੱਲ ਵੇਖਣਾ, ਉਹਦਾ ਕਿੰਨਾ ਵੱਡਾ ਪਰਿਵਾਰ ਹੈ, ਕਰੋੜਾਂ ਅਰਬਾਂ ਜੀਅ ਰਹਿ ਰਹੇ ਨੇ, ਪਰ ਉਹ ਸਾਰਿਆਂ ਦੀ ਪਾਲਣਾ ਪੋਸ਼ਣ ਕਰ ਰਿਹਾ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਹੇ ਪਰਮਾਤਮਾ, ਤੂੰ ਕਿਤਨਾ ਸਾਰੇ ਸੰਸਾਰ ਦੇ ਵਿੱਚ ਆਪਣਾ ਇੰਨਾ ਵੱਡਾ ਟੱਬਰ ਨੂੰ ਪਾਲ ਰਿਹਾ ਹੈ।
ਅਸੀਂ ਤੇ ਘਰ ਦੇ 5-7 ਬੰਦੇ ਵੀ ਆਪਸ ਵਿੱਚ ਐਡਜਸਟ ਕਰਕੇ ਘਰ ਨੂੰ ਨਹੀਂ, ਕੋਈ ਮਾਤਾ ਪਿਤਾ ਦੇ ਨਾਲ ਪੁੱਤਰ ਨਹੀਂ ਜਾਂ ਪੁੱਤਰ ਦੇ ਨਾਲ ਮਾਤਾ ਪਿਤਾ ਨਹੀਂ, 2 ਭਰਾ ਇਕੱਠੇ ਨਹੀਂ। ਪਰ ਹੇ ਪਰਮਾਤਮਾ, ਤੇਰੇ ਕਿਹੜੇ ਕਿਹੜੇ ਕੰਮ ਗਿਣਾਈਏ ਕਿ ਤੂੰ ਸਾਰੇ ਜੀਵਾਂ ਦੀ ਪਾਲਣਾ ਵੀ ਕਰ ਰਿਹਾ ਹੈ ਤੇ ਉਹਨਾਂ ਦੀ ਸੰਭਾਲ ਵੀ ਕਰ ਰਿਹਾ ਹੈ। ਆਪੇ ਵੇਖੇ ਆਪੇ ਬੁੱਝੇ, ਉਹ ਆਪ ਹੀ ਸਭ ਦੀ ਪਾਲਣਾ ਕਰ ਰਿਹਾ ਹੈ। ਮਿਹਰਬਾਨ ਸਾਏ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖੇਗਾ ਸਿਰਜਨਹਾਰ। ਜਿਨ ਪੈਦਾਇਸ਼ ਤੂੰ ਕੀਆ, ਸੋਈ ਦੇ ਆਧਾਰ। ਜੇ ਪਰਮਾਤਮਾ ਨੂੰ ਫਿਕਰ ਨਹੀਂ ਹੈ, ਇਤਨੇ ਆਪਣੇ ਪਰਿਵਾਰਾਂ ਨੂੰ ਚਲਾ ਰਿਹਾ ਹੈ, ਤੇ ਮਨਾ ਤੂੰ ਕਿਉਂ ਫਿਕਰ ਕਰ ਰਿਹਾ ਹੈ? ਤੋ ਇਸ ਕਰਕੇ ਪਾਤਸ਼ਾਹ ਕਹਿੰਦੇ ਹਨ, ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬ ਪੂਰ ਰਿਹਾ। ਤੇਰੀ ਉਪਮਾ ਮੈਂ ਕੀ ਕਵਾਂ, ਤੂੰ ਹਰ ਇੱਕ ਚੀਜ਼ ਤੇ ਵਸਿਆ ਹੋਇਆ ਹੈ। ਤੇਰੀ ਉਪਮਾ ਨੂੰ ਮੈਂ ਨਹੀਂ ਦੱਸ ਸਕਦਾ। ਤੇ ਇਸ ਕਰਕੇ ਅੰਤ ਨਾ ਕਰਨਾ ਦੇਣ ਨਾ ਅੰਤ, ਤੇਰੀਆਂ ਕੰਮਾਂ ਨੂੰ, ਤੇਰੀਆਂ ਇਹ ਰਿਜ਼ਕ ਦੇਣ ਦੀਆਂ ਗੱਲਾਂ ਨੂੰ ਕੋਈ ਵੀ ਨਹੀਂ ਦੱਸ ਸਕਦਾ। ਅਸੀਂ ਤੇ ਇੱਕ ਟੱਬਰ ਪਾ ਕੇ ਫੁੱਲਾਂ ਨਹੀਂ ਸਮਾਉਂਦੇ, ਪਰ ਉਹ ਇੰਨੀਆਂ ਦਾਤਾਂ ਦਿੰਦਾ ਹੈ, ਕਦੀ ਵੀ ਉਸਨੇ ਕਿਸੇ ਨੂੰ ਜਤਾਇਆ ਨਹੀਂ ਹੈ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਉਹ ਪਰਮਾਤਮਾ ਦੇਣ ਤੋਂ ਬਾਅਦ ਵੀ ਪਛਤਾਉਂਦਾ ਨਹੀਂ ਹੈ। ਕਿਉਂ? ਕਿਉਂਕਿ ਉਹ ਬੇਅੰਤ ਹੈ। ਉਹਦਾ ਸੁਭਾਅ ਹੈ ਕਿ ਜੀਵਾਂ ਨੂੰ ਸਭ ਕੁਝ, ਭਾਵੇਂ ਉਹ ਮਾੜੇ ਕੰਮ ਵੀ ਕਰ ਰਹੇ ਨੇ, ਨਾਸਤਿਕ ਨੇ ਉਸ ਨੂੰ ਯਾਦ ਨਹੀਂ ਵੀ ਕਰ ਰਹੇ, ਉਹਦਾ ਸੁਭਾਅ ਹੈ ਉਹ ਸਾਰਿਆਂ ਨੂੰ ਪਾਲਣਾ ਕਰ ਰਿਹਾ ਹੈ, ਸਭ ਨੂੰ ਦਾਤਾਂ ਦੇ ਰਿਹਾ ਹੈ। ਅੰਤ ਨਾ ਵੇਖਣ ਸੁਣਨ ਨਾ ਅੰਤ, ਉਹਦਾ ਵੇਖਣ ਦਾ ਵੀ ਕੋਈ ਅੰਤ ਨਹੀਂ ਹੈ। ਤੇ ਇੱਥੋਂ ਤੱਕ ਮਹਾਰਾਜ ਕਹਿੰਦੇ ਨੇ, ਉਹਨੂੰ ਸੁਣਨ ਦਾ ਵੀ ਉਸ ਪਰਮਾਤਮਾ ਦਾ ਕੋਈ ਵੀ ਅੰਤ ਨਹੀਂ ਹੈ। ਦੇਖੋ ਪਰਮਾਤਮਾ ਕਿੰਨਾ ਹੀ ਬੇਅੰਤ ਹੈ। ਉਹ ਸਾਨੂੰ ਜੀਵਾਂ ਨੂੰ ਬਣਾਉਂਦਾ ਹੈ, ਪਰ ਉਹਨੂੰ ਇਹ ਦ੍ਰਿਸ਼ਟੀ ਨਾਲ ਅਸੀਂ ਵੇਖ ਨਹੀਂ ਸਕਦੇ। ਦੇਖੋ ਸਾਡੀ ਦ੍ਰਿਸ਼ਟੀ ਕਿੱਥੋਂ ਤੱਕ ਹੋਏਗੀ? 1 ਕਿਲੋਮੀਟਰ, 2 ਕਿਲੋਮੀਟਰ, 4 ਕੋਹ ਲਾ ਲਓ, ਪਰ ਉਹਨੂੰ ਅਸੀਂ ਵੇਖ ਨਹੀਂ ਪਾਵਾਂਗੇ। ਕਿਤਨਾ ਅਸੀਂ ਪਰਮਾਤਮਾ ਨੂੰ ਸੁਣ ਸਕਨੇ ਹਾਂ, ਉਹਦੇ ਸੁਣਨ ਦਾ ਵੀ ਅੰਤ ਨਹੀਂ ਹੈ। ਬਚਪਨ ਤੋਂ ਲੈ ਕੇ ਪਰਮਾਤਮਾ ਦੀਆਂ ਗੱਲਾਂ ਸੁਣ ਰਹੇ ਹਾਂ, ਔਰ ਜਦੋਂ ਹੀ ਸੁਣਨੇ ਹਾਂ, ਪਰਮਾਤਮਾ ਤੇਰੀਆਂ ਗੱਲਾਂ ਨਵੀਆਂ ਹੀ ਨੇ। ਤੇਰੇ ਬਾਰੇ ਕਿੰਨਾ ਕੁਝ ਕਹਿ ਕੇ ਲੋਕ ਟੁਰ ਗਏ, ਕਹਿ ਵੀ ਰਹੇ ਨੇ, ਗੁਰੂ ਆਉਣ ਵਾਲੇ ਸਮੇਂ ਵਿੱਚ ਕਹਿੰਦੇ ਵੀ ਰਹਿਣਗੇ। ਪਰ ਪਰਮਾਤਮਾ ਤੇਰੀਆਂ ਗੱਲਾਂ ਨਾ ਕੋਈ, ਤੈਨੂੰ ਨਾ ਕੋਈ ਵੇਖ ਸਕਦਾ ਹੈ। ਤੇਰੀ ਸੰਸਾਰ ਇਤਨਾ ਹੈ, ਮੈਂ ਕਹਿੰਦਾ ਜਿਸ ਅਸੀਂ ਏਰੀਏ ਵਿੱਚ ਰਹਿੰਦੇ ਹਾਂ ਉਹ ਹੀ ਨਹੀਂ ਪੂਰਾ ਵੇਖਿਆ ਹੋਣਾ। ਤੇ ਹੇ ਪਰਮਾਤਮਾ, ਤੇਰੀਆਂ ਸ੍ਰਿਸ਼ਟੀਆਂ ਕਿਤਨੀਆਂ ਨੇ, ਔਰ ਤੂੰ ਸਭ ਨੂੰ ਵੇਖ ਰਿਹਾ ਹੈ। ਕਮਾਲ ਦੀ ਗੱਲ ਹੈ, ਸਾਡੀਆਂ ਇਹ ਛੋਟੀਆਂ ਅੱਖਾਂ ਕੁਛ ਵੀ ਨਹੀਂ ਦੇਖ ਪਾ ਰਹੀਆਂ। ਤੂੰ ਬੇਅੰਤ ਹੈ। ਅੰਤ ਨਾ ਜਾਪੇ ਕਿਆ ਮਨ ਮੰਤ, ਉਹ ਪਰਮਾਤਮਾ ਜਿਸ ਦਾ ਮਨ ਦੀ ਕੀ ਮਨੋਰਥ ਹੈ, ਉਹ ਆਪਣੇ ਮਨ ਦੀ ਮਰਜ਼ੀ ਅਨੁਸਾਰ ਚੱਲਦਾ ਹੈ। ਮਨ ਮੰਤ, ਉਹ ਕਿਸੇ ਕੋਲ ਨਾ ਸਲਾਹ ਨਹੀਂ ਲੈਂਦਾ। ਉਹਦਾ ਨਾ ਕੋਈ ਭਾਈਵਾਲ ਹੈ, ਨਾ ਉਹਦਾ ਕੋਈ ਸਾਂਝ ਪਾਉਣ ਵਾਲਾ ਹੈ। ਉਹ ਆਪ ਹੀ ਕਰਤਾ ਹੈ। ਉਹ ਕਿਸੇ ਕੋਲ ਪੁੱਛਦਾ ਨਹੀਂ ਹੈ ਕਿ ਇਹ ਕਾਰਜ ਮੈਂ ਕਰਾਂ ਕਿ ਨਾ ਕਰਾਂ। ਜਦੋਂ ਉਹ ਮੌਜ ਵਿੱਚ ਹੁੰਦਾ ਹੈ, ਸ੍ਰਿਸ਼ਟੀ ਨੂੰ ਸਾਜ ਦਿੰਦਾ ਹੈ। ਜਦੋਂ ਮੌਜ ਤੋਂ ਹਟਦਾ ਹੈ, ਉਸ ਸ੍ਰਿਸ਼ਟੀ ਨੂੰ ਇੱਕਦਮ ਸਮੇਟ ਵੀ ਲੈਂਦਾ ਹੈ। ਉਹ ਕਿਸੇ ਕੋਲ ਕੋਈ ਸਲਾਹ ਮਸ਼ਵਰਾ ਨਹੀਂ ਕਰਦਾ। ਉਹ ਖਿਨਮੇ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਉਹਦਾ ਅੰਤ ਪਾ ਹੀ ਨਹੀਂ ਕੋਈ ਸਕਦਾ। ਹਰਨ ਪਰਨ ਨੇਤਰ ਜਾ ਕਾ ਫੋਰ, ਉਹ ਇੱਕ ਅੱਖ ਦੇ ਝਮਕਣ ਜਿਨੇ ਧਰਤੀ ਨੂੰ ਉਹ ਸਮੇਟ ਸਕਦਾ ਹੈ,
ਧਰਤੀ ਨੂੰ ਬਣਾ ਸਕਦਾ ਹੈ। ਤੋ ਉਹਦੀਆਂ ਸਿਫਤਾਂ ਗੁਰੂ ਸਾਹਿਬ ਸਾਨੂੰ ਇਹ ਦੱਸ ਕੇ ਕਰ ਰਹੇ ਨੇ, ਭਾਈ ਤੁਸੀਂ ਅੰਤ ਪਾਉਣ ਵਾਲੇ ਬੰਦੇ ਨਾ ਚੱਲੋ। ਕਿਉਂ? ਕਿਉਂਕਿ ਉਹਦੇ ਅੰਤ ਪਾਉਣ ਵਿੱਚ ਕਹਿਣੇ ਵਾਲੇ ਤੇਰੇ ਰਹੇ ਸਮਾਏ। ਉਹ ਕਹਿਣ ਵਾਲੇ, ਕਿਉਂਕਿ ਉਹਦੀ ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਜਿਹੜੇ ਕਹਿਣ ਵਾਲੇ ਸੀ ਉਹ ਤੇਰੇ ਵਿੱਚ ਹੀ ਸਮਾ ਗਏ। ਹੁਣ ਅਸੀਂ ਨਦੀਆਂ ਵਾਂ, ਨਾਲੇ ਹਾਂ, ਅਸੀਂ ਪਰਮਾਤਮਾ ਸਮੁੰਦਰ ਦਾ ਅੰਤ ਪਾਉਣ ਵਾਸਤੇ ਨਿਕਲੀਏ। ਜਦੋਂ ਨਾਲੇ ਨਦੀਆਂ ਅਸੀਂ ਸਮੁੰਦਰ ਵਿੱਚ ਡੁੱਬਾਂਗੇ ਤੇ ਡੁੱਬਣ ਤੋਂ ਬਾਅਦ ਅਸੀਂ ਨਹੀਂ ਦੱਸ ਪਾਵਾਂਗੇ ਕਿ ਸਮੁੰਦਰ ਕਿਤਨਾ ਵੱਡਾ ਹੈ, ਕਿਉਂਕਿ ਸਮੁੰਦਰ ਤੇ ਲਹਿਰਾਂ ਫਿਰ ਇੱਕ ਹੋ ਜਾਣਗੀਆਂ, ਫਿਰ ਪਤਾ ਨਹੀਂ ਲੱਗੇਗਾ। ਜਿਹੜੇ ਵੀ ਨਿਕਲੇ ਸਨ ਉਹ ਉਹਦੇ ਵਿੱਚ ਹੀ ਸਮਾ ਗਏ। ਤਾਂ ਗੁਰੂ ਸਾਹਿਬ ਕਹਿੰਦੇ ਹਨ ਉਹ ਪਰਮਾਤਮਾ ਦਾ ਆਪਣੀ ਮੌਜ ਦੇ ਨਾਲ ਧਰਤੀ ਨੂੰ ਬਣਾਉਂਦਾ ਹੈ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਦੋਂ ਧਰਤੀ ਨੂੰ ਬਣਾਉਣਾ ਹੁੰਦਾ ਹੈ ਉਹ ਬੜੀ ਸਾਰੀ ਪ੍ਰਜਾ ਇੱਕ ਖਲਕਤ ਬਣਾ ਦਿੰਦਾ ਹੈ। ਜਬ ਆ ਕਰਖ ਕਰਤ ਹੋ ਕਬੂ, ਤੁਮ ਮੈਂ ਮਿਲਤ ਦੇ ਤਰ ਸਬੂ। ਜਦੋਂ ਉਹਨੇ ਸਮੇਟਣਾ ਹੁੰਦਾ ਹੈ ਉਹ ਸਾਰਿਆਂ ਨੂੰ ਆਪਣੇ ਆਪ ਦੇ ਵਿੱਚ ਮਿਲਾ ਵੀ ਲੈਂਦਾ ਹੈ। ਚੌਪਈ ਸਾਹਿਬ ਪੜ੍ਹਿਆ ਨਾ ਉਹਨੇ, ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ, ਜਦ ਉਹ ਮੋਜ ਆਉਂਦੀ ਹੈ ਉਹ ਇਕੱਠਾ ਵੀ ਕਰ ਲੈਂਦਾ ਹੈ। ਭਾਵ ਕਿ ਉਹ ਕਿਸੇ ਕੋਲ ਪੁੱਛਦਾ ਨਹੀਂ ਹੈ ਕਿ ਮੈਂ ਧਰਤੀ ਸਾਜਣੀ ਹੈ, ਇਹ ਕਾਰਜ ਕਰਨਾ ਹੈ, ਇਹ ਕਾਰਜ ਨਹੀਂ ਕਰਨਾ। ਸਾਡਾ ਫਰਜ਼ ਕੀ ਬਣਦਾ ਹੈ? ਜਿਸ ਦਾ ਇਹ ਹੁਕਮ ਸਾਰੇ ਸੰਸਾਰ ਵਿੱਚ ਚੱਲ ਰਿਹਾ ਹੈ, ਅਸੀਂ ਉਹਦੇ ਹੁਕਮ ਦੇ ਅਧੀਨ ਹੋ ਕੇ ਅਸੀਂ ਸਾਰੇ ਕਾਰਜ ਕਰੀਏ। ਕਿਉਂਕਿ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹੋਮੇ ਕਹੈ ਨਾ ਕੋਏ। ਜਿਹੜਾ ਇਸ ਹੁਕਮ ਨੂੰ ਬੁੱਝ ਲੈਂਦਾ ਹੈ ਉਹਦੇ ਅੰਦਰੋਂ ਮੈਂ ਮੇਰੀ ਮਿਟ ਜਾਂਦੀ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਉਸ ਪਰਮਾਤਮਾ ਦਾ ਆਕਾਰ, ਕਿਉਂਕਿ ਉਹ ਨਿਰਾਕਾਰ ਹੈ, ਉਹਦਾ ਆਕਾਰ ਨੂੰ ਕੋਈ ਨਹੀਂ ਦੱਸ ਸਕਦਾ। ਕਿਉਂ? ਕਿਉਂਕਿ ਉਹਦਾ ਆਕਾਰ ਹੀ ਵੱਡਾ ਹੈ। ਅਸੀਂ ਤੇ ਇੱਕ ਵਰਡ ਦਾ ਨਕਸ਼ਾ ਦੇਖ ਕੇ ਅਸੀਂ ਕਹਿ ਦਿੰਦੇ ਉਹਦਾ ਇਹ ਆਕਾਰ ਹੈ, ਪਰ ਇਹੋ ਜਿਹੇ ਉਹਦੇ ਕਰੋੜਾਂ ਹੀ ਨਕਸ਼ੇ ਨੇ, ਉਹਦੇ ਆਕਾਰ ਨੂੰ ਕੌਣ ਦੱਸ ਸਕਦਾ ਹੈ? ਕਿਉਂ? ਕਿਉਂਕਿ ਉਹਦਾ ਪਾਰਲਾ ਬੰਨਾ ਹੀ ਨਹੀਂ ਹੈ। ਜਿਹਨੂੰ ਇੱਧਰ ਦਾ ਬੰਨਾ ਤੇ ਉੱਧਰ ਦਾ ਬੰਨਾ ਪਰਮਾਤਮਾ ਨੂੰ ਕੋਈ ਨਹੀਂ ਲੱਭ ਸਕਿਆ। ਦੇਖੋ ਸਮੁੰਦਰ ਦੀ ਗਹਿਰਾਈ, ਸਮੁੰਦਰ ਦਾ ਪਾਰਾਵਾਰ ਕੋਈ ਨਹੀਂ ਪਾ ਸਕਦਾ। ਤੇ ਗੁਰੂ ਸਾਹਿਬ ਕਹਿੰਦੇ ਨੇ ਉਹ ਪਰਮਾਤਮਾ ਦਾ ਇਤਨਾ ਵੱਡਾ ਆਕਾਰ ਹੈ ਕਿ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਅੰਤ ਕਾਰਨ ਕੇਤੇ ਬਿਲ ਲਾਹੇ, ਤਾਕੇ ਅੰਤ ਨਾ ਪਾਏ ਜਾਹੇ। ਜਿਹੜੇ ਕਹਿੰਦੇ ਸੀ ਕਿ ਅਸੀਂ ਅੰਤ ਕਾਰਨ, ਅੰਤ ਪਾਉਣ ਵਾਸਤੇ ਨਿਕਲੇ ਹਾਂ, ਜਦ ਉਹ ਹਾਰ ਗਏ ਤਾਂ ਮਾਰੇ ਕਹਿੰਦੇ ਨੇ ਸਾਰੇ ਜਾਣਨ ਨਹੀਂ, ਸਭ ਹੀ ਵਿਲਕਦੇ ਰਹਿ ਗਏ। ਕਿਉਂ? ਕਿਉਂਕਿ ਉਹਨਾਂ ਨੂੰ ਅੰਤ ਤੇ ਮਿਲਿਆ ਹੀ ਨਹੀਂ, ਕਿਉਂਕਿ ਅੰਤ ਤੇ ਪਾ ਹੀ ਨਹੀਂ ਸਕਦਾ ਕੋਈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਤਾਕੇ ਅੰਤ ਨਾ ਪਾਏ ਜਾਏ, ਉਸ ਦੇ ਹੱਥ ਬੰਨੇ ਦਾ ਅੰਤ ਨਹੀਂ ਕੋਈ ਪਾ ਸਕਦਾ, ਕਿਉਂਕਿ ਪਰਮਾਤਮਾ ਬੇਅੰਤ ਹੈ। ਉਹਦੇ ਦੇਖੋ ਕਿਤਨਾ ਹੀ ਬੇਅੰਤ ਹੈ। ਇਤਨੇ ਜੀਵ ਉਸਨੇ ਪੈਦਾ ਕੀਤੇ ਹਨ, ਅਰਬਾਂ ਖਰਬਾਂ ਜੀਵ। ਮੈਂ ਸੋਚਦਾ ਵਾਂ, ਮੈਂ ਇੱਕ ਆਪਣੇ ਅੰਗੂਠੇ ਵੱਲ ਵੇਖਣਾ ਨਾ, ਜਦ ਥੰਬ ਵੱਲ, ਤੁਸੀਂ ਦੇਖੋ ਵਰਲਡ ਵਿੱਚ ਕਿੰਨੇ ਹੀ ਸਰੀਰ ਨੇ, ਅਰਬਾਂ ਖਰਬਾਂ ਸਰੀਰ ਨੇ। ਕਿਸੇ ਦਾ ਥੰਬ ਕਿਸੇ ਦਾ ਨਾਲ ਨਹੀਂ ਮਿਲਦਾ। ਜਦੋਂ ਅਸੀਂ ਕੋਈ ਰਜਿਸਟਰੀ ਕਰਾਉਂਦੇ ਹਾਂ, ਕੋਈ ਕਿੱਥੇ ਕੋਈ ਕਾਗਜ਼ੀ ਕਾਰਵਾਈ ਕਰਾਈਦਾ, ਅਸੀਂ ਲੈਫਟ ਹੈਂਡ ਦਾ ਅੰਗੂਠਾ ਲਗਾਉਂਦੇ ਹਾਂ ਨਾ ਸਟੈਂਪ 'ਤੇ। ਉਹ ਕਿਉਂ ਲਗਾਈਦਾ? ਕਿਉਂਕਿ ਉਹ ਇੱਕ ਪੱਕੀ ਨਿਸ਼ਾਨੀ ਹੈ ਜੀਵ ਦੀ ਕਿ ਉਹਦੇ ਅੰਗੂਠੇ ਦੀਆਂ ਰੇਖਾ ਕਿਸੇ ਦੇ ਨਾਲ ਨਹੀਂ ਮਿਲਦੀਆਂ। ਹੇ ਰੱਬ, ਤੂੰ ਇਤਨੇ ਜਿਹੇ ਅੰਗੂਠੇ ਦੇ ਅੰਦਰ ਤੇਰੀ ਬੇਅੰਤਤਾ ਦਾ ਕੋਈ ਨਹੀਂ ਦੱਸ ਸਕਦਾ ਕਿ ਇੱਕ ਮਾਂ ਦੇ ਜੰਮੇ 4 ਪੁੱਤਰ, ਚਾਰਾਂ ਦੇ ਅੰਗੂਠੇ ਕੀ ਪੂਰੇ ਸੰਸਾਰ ਵਿੱਚ ਪਰਮਾਤਮਾ ਤੇਰੇ ਜੰਮੇ ਹੋਏ ਬੱਚਿਆਂ ਦੇ ਕਿਸੇ ਦੀ ਵੀ ਰੇਖਾ ਕਿਸੇ ਨਾਲ ਨਹੀਂ ਮਿਲਦੀ। ਮੈਂ ਤੇ 1-2 ਕੰਟਰੀਆਂ ਜਾ ਕੇ ਵੇਖਿਆ ਤੇ ਉੱਥੇ ਕੰਨ ਤੋਂ ਉਹ ਬੰਦੇ ਦੀ ਵੇਖਦੇ ਨੇ ਆਇਡੈਂਟੀਫਿਕੇਸ਼ਨ, ਕਿਉਂਕਿ ਕੰਨ ਵੀ ਕਿਸੇ ਦਾ ਨਹੀਂ ਮਿਲਦਾ।
ਇੱਥੋਂ ਤੱਕ ਕਿਸੇ ਦੀ ਕਿਸੇ ਨਾਲ ਸ਼ਕਲ ਨਹੀਂ ਮਿਲਦੀ, ਇੱਥੋਂ ਤੱਕ ਕਿਸੇ ਦਾ ਕਿਸੇ ਨਾਲ ਸੁਭਾਵ ਨਹੀਂ ਮਿਲਦਾ। परमात्मा तू कितना ही बेअंत है, कितने तू इस छोटे जे एक 1.25 इंची थंब दे अंदर ऐसियां रेखा दी तू चित्रकारी बना दी। कितने साइंटिस्ट होए ने, पर तेरे वर्गा साइंटिस्ट नहीं हो सकता। देखो साइंटिस्ट किने बनाए ने, वड्डे वड्डे विज्ञानिक बुद्धिजीव परमात्मा ने बनाए ने ना। ਤੇ ਜਿन्हें बनाए ने वो कितना बुद्धिजीव होएगा, वो कितना सुगड़ सुजान होएगा, जिन्हें इतने ही शरीरां नूं बनाया है। परमात्मा ते सच्ची कहां ओदा कहना ही असी फर्ज बनता है कि तू बेअंत है। यह अंत ना जाने कोई, परमात्मा दा कोई अंत नहीं जान सकता। बहुता कहिए बहुता होए, हाँ एक गल है, उसनूं जिन्ना कहांगे ना वो होर तो होर सानू ज़्यादा कहण दा होर आनंद आएगा। तुसीं एक चीज़ लभोगे ना, उस दे विच होर चीज़ां परमात्मा दीयां लभणगीਆਂ। क्यों? क्योंकि वड्डा साहिब ऊंचा थां, साहिब इत्थे साहब नहीं कहना। कई अक्सर बाणी पढ़न वक्त ना वड्डा साहब बोलते हैं, साहिब मेरा मेहरबान, इत्थे साहिब पढ़ना है। साहिब तो भाव मालक। वड्डा साहिब ऊंचा थां, ऊंचे ऊपर ऊंचा नाओ। वो परमात्मा उदा अस्थान उच्चा है। परमात्मा का स्थान केड़ा समझते हो? ऊंचा की है? उदा स्थान है सत संगत, जिथे रहिंदा है। साध संगत कह घर वसै, एको सच्चा सोए। जे परमात्मा का किसी ने स्थान लभना होवे ना, तो वो वे सत संगत का स्थान, जिहड़ा सब तो उच्चा स्थान है, जिन्हों सचखंड वसै निरंकार भी कहा जाता है। पातशाह कहते निज कर मेरो साध संगत नारद मुद। मारे कहते ने जिहड़ा घर तुसी मेरा लभ रहे हो ना, परमात्मा कहता है वो घर मेरा सत संगत विच है। जिन्हें रब नूं लभना होवे, दर्शन साध संग मेरो निज रूप है। परमात्मा कहता जिन्हें मेरा दर्शन करना होवे ना, मेरे घर का एड्रैस है ओवे सत संगत। हुण साडे घर का एड्रैस ए वे, फलाणे दा ए वे, गली ए वे। जे परमात्मा का घर अस्थान देखना होवे ते महाराज कहते ने प्रभ जी बस है साध की रसना। प्रभु का स्थान केड़ा है? ये सत संगत दे विच है। उहदा कोई एड्रैस पूछे भाई उहदा एड्रैस की है परमात्मा दा, ते तुसी कह सकते हो कि उहदा एड्रैस है साध संगत। गुरु अर्जन देव महाराज ने तां ही ते मंगे है, साध संग प्रभ देहो निवास। हुण निवास ते उत्थे ही हुंदा जिथे घर हुंदा है। गुरु साहब ने, गुरु अर्जन देव महाराज ने परमात्मा कोलों की मंगिया? साध संग प्रभ देहो निवास। क्यों? उस निवास दे विच परमात्मा रहिंदा है। विच संगत हर प्रभ वसै जियो। उहदा स्थान ए वे। जिन्हें रब नूं लभना है ते उहदा स्थान ए वे, ते जिन्हें उहदा नंबर लभना है, रब दा नंबर की है? ओ वे सतनाम वाहेगुरु। ये परमात्मा दा नंबर है। जदों भी तुसी अमृत वेले जाग के सिमरन विच जुड़दे हो, वाहिगुरु वाहिगुरु कहते हो, उस वेले समझो कि जिस तरह तुसी अपने दुनियावी बंदे नूं 10 नंबर डायल करके सैल मोबाइल नाल गलबात करते हो ना, उदों समझो तुसी रब नाल सवेरे उठ के वाहिगुरु दे नंबर का डायल करके तुसी परमात्मा नाल गल कर रहे हो। क्यों? परमात्मा उस वेले तुहाडे उस डायल नूं सुनदा है। प्रभ का सिमरन सब ते ऊंचा। क्यों क्या ऊंचा? क्योंकि सिमरन दे राही ही परमात्मा नूं याद करके ही उस स्थान ते पहुंचा जा सकता है। तो फिर गुरु साहब कहते हैं आ जा तैनूं मैं नंबर गलबात होंदी है। फिर गुरु साहब उस गलबात के अंदर कहते हैं जे तू रब दे घर जाना है तो सत संगत विच आके बैठ जा। देखो कितनी वड्डी गल कही गुरु साहब ने। कहते जे मनु लभना है ना, मनु तू इधर उधर ना लभ, मैं तो तेरे हिरदे विच हाँ,
पर तू ये सत संगत विच आके इस हिरदे रूपी घर दे विचों प्रगट कर सकना है। संगत विच तैनूं आके पता लगेगा। तो ये जिहड़ी संगत है ना, साध संगत अस्थान जगमग नूर है, ये प्रभु का स्थान है। जिथे कोई रब वसदा कोई वेखना होवे ना, वो सत संगत विच जाके बैठ जाया करो, उहदे विच रब वसदा पिया है। तो गुरु महाराज कहंदे ने वड्डा साहिब वो वड्डा मालक है, ऊंचा थाओ उहदा स्थान भी ऊंचा है, ऊंचे ऊपर ऊंचा नाम, वो जिन्ना उपर आप है उहदा नाम भी उस तो वड्डा है। देखो साडे कर्म माड़े हुंदे ने, कई वारी असी संसार विच विचरदे आ ना, असी भावें जिन्ना मर्जी नाम रखवा लीए, पर कई सानू शरीर ना पिछों कहणगे भी देखे ने ਜਿਹੜੇ ਵੱਡੇ ਹੈਗੇ ਨੇ, ਇਹਦਾ ਨਾਮ ਦੇਖਿਆ, ਇਹ ਖਾਲੀ ਨਾਮ ਦਾ ਹੀ ਧਨੀ ਹੈ, ਅੰਦਰ ਕੁਛ ਨਹੀਂ ਜੇ ਇਹਦੇ। ਪਰ परमात्मा ਦਾ ਐਸਾ ਨਾਲ ਖੇਡ ਨਹੀਂ ਹੈ। परमात्मा ਜਿੰਨਾ ਵੱਡਾ ਆਪ ਹੈ, ਉਨਾ ਵੱਡਾ ਉਸ ਤੋਂ ਉੱਤੇ ਨਾਮ ਹੈ। ਔਰ ਜਿਹੜਾ ਇਸ ਨਾਮ ਨੂੰ ਜਪ ਲੇਗਾ ਨਾ, ਉਹ परमात्मा ਦੇ ਨੇੜੇ ਹੋ ਜਾਏਗਾ। ਇੱਕ ਨਾਮ ਹੀ ਮੈਂ ਪਹਿਲਾਂ ਕਿਹਾ, ਐਸੀ ਇੱਕ ਵਸਤੂ ਹੈ ਜਿਹੜੀ परमात्मा ਤੱਕ ਪਹੁੰਚਾਈ ਜਾ ਸਕਦੀ ਹੈ। नाम ही रब नाल मिलाई सकती है। एक नाम ही ऐसा है। देखो गुरु गोबिंद सिंह महाराज के समय ना सिख आए, कह लगे महाराज नाम ते जपने आ, पर नाम जपन का फायदा की होंदा है? देखो सवाल है। कई बारी बंदा नवा नवा इस लाइन का पंध ही बनता है ना, तो उस वेले की होंदा है, उस वेले ये होंदा है, वो सोचता नाम जप के मिलेगा की, प्राप्ति की होएगी। ते हले विचारां हो रही सी, ते ब्रह्मा दा पुत्र नारद मुनि आनंदपुर साहब आ गया, दर्शन करन आया। और ये एक अच्छी गल है, जदों भी गुरु घर विच जाओ, जिथे भेटा माया दी लैके जाते हो, घट्टो घट कुछ भी, भावें महापुरुष दसदे सन तुसीं भावें 2 दातन ही रख के लैके जाओ, या कुछ भेटा गुरु साहब दे अगे रखो। ते नारद मुनि आया ते उन्हें ना हमायू पंछी दे ना पंख महाराज नूं भेटा कीते। हमायू पंछी ते भेटा कीता ते महाराज ने कहा जी की लोड़ सी इहदी लियाण दी? कहन लगा महाराज तुहाडे वर्गे गुरु दे दर्शन करन वास्ते असीं आईए, ते कुछ ना कुछ ते भेटा बनदी है। तुहाडे सामने ते तुछ भी नहीं है, पर एक गरीब दी ये भेटा प्रवान कर लो। वो दे के चले गए, असीस लै गए। सिखा ने पूछया महाराज ये पंख की ने? ये बड़े कीमती पंख ने कोई? महाराज ने कहा हाँ कीमती ने। जिहड़ा कोई भेटा गुरु घर विच दिंदा कीमती है, भावें कोडी भी रखे। कोडी अगर भाग रखे ताहे गुर सरम निधान दान देत है। कोई शरदा दे नाल गुरु घर विच कोडी भी रख देना, उहदी परवान है। ते महाराज ने कहा फिर इस तरह करो, जिन्ने भी तीर ने ना लैके आओ, वो हमाऊ जिहड़ा पंछी दा पंख सी ना, महाराज ने उस पंख नूं उस तीरां दे नाल लगा दिता। जद लगाया तो एक तीर आसमान ते छड्या, इतनी उच्ची गया। महाराज कहंदे ने हुण इहदे पिछे गुरु दे सिखो जाओ और इस तीर जिथे गिरदा लैके आओ। इस तरह दूजा छड्या, तीजा छड्या, संगतां गईयां, पर जदों गईयां उपर वेखिया ते नज़र ते आ रहा, पर नीचे आया ही नहीं तीर। काफ़ी लंबे समय बाद आ गए महाराज, वो तीर तो वापस आए ही नहीं। कहंदे ने ये हमाऊ पंखी दे तीर हन, पर हन, पंख हन। एक ऐसा देखो रब दी एक बनाई बनतर है कि उसनू एक ऐसा पंछी है माऊ, वो धरती ते कदी आंदा ही नहीं है। जे उहदे बच्चे भी जन्म लैंदे ने ना, ते जन्म लैंदियां लैंदियां भी जमीन ते आण तो पहलां ही उहदे बच्चे दा जन्म होंदा है, उहदी उडारी मार के उहनूं भी उत्ते लै जांदा है। वो अज तक धरती ते आंदा ही नहीं, जद मौत होंदी है तद आंदा है। और देखो कितनी वड्डी गल है, ये परमात्मा दीयां खेडां ने, वो तां ही उहनूं बेअंत किया है। कई वारी वेखो कई जीवां दी रोजी रोटी की है, एक पक्षी ऐसा जे
ਜਿਹੜਾ ਜਦੋਂ ਸ਼ੇਰ ਉਬਾਸੀ ਲੈਂਦਾ ਨਾ ਤੇ ਮੂੰਹ ਖੋਲਦਾ ਹੈ, ਤੇ ਇੱਕ ਪੰਛੀ ਐਸਾ ਉਹਦੀ ਖੁਰਾਕ ਪਤਾ ਕਿੱਥੇ ਰੱਖੀ ਉਹਨੇ, ਜਿਸ ਤਰ੍ਹਾਂ ਬਬੀਏ ਦੀ ਖੁਰਾਕ ਉਹਦੀ ਪਿਆਸ ਉਸ ਚਾਤਰਿਕ ਬੂੰਦ ਨਾਲ ਹੈ, ਉਸ ਪੰਛੀ ਦੀ ਖੁਰਾਕ ਕੀ ਹੈ? ਜਦ ਉਹ ਵੇਖਦਾ ਹੁੰਦਾ, ਜਦ ਸ਼ੇਰ ਉਬਾਸੀ ਲੈਂਦਾ ਹੈ, ਉਹ ਆਂਦਾ ਇੱਕਦਮ ਉਹਦੇ ਦੰਦ ਵਿੱਚ ਜਿਹੜਾ ਮਾਸ ਫਸਿਆ ਹੁੰਦਾ ਨਾ, ਉਹ ਖਿੱਚ ਕੇ ਲੈ ਕੇ ਆਪਣੀ ਰੋਜੀ ਰੋਟੀ ਨੂੰ ਲੈਂਦਾ ਹੈ। ਦੇਖੋ ਪਰਮਾਤਮਾ ਨੇ ਕੈਸੀ ਕੈਸੀ ਖੇਡ, ਕਿਹਦੀ ਰੋਜੀ ਰੋਟੀ ਕਿੱਥੇ ਲਗਾਈ ਹੋਈ ਹੈ। ਤੇ ਗੁਰੂ ਸਾਹਿਬ ਕੋਲੋਂ ਪੁੱਛਦੇ, ਮਹਾਰਾਜ ਇਹ ਫਿਰ ਇਹਦਾ ਕੀ ਭਾਵ ਹੋਇਆ? ਕਹਿੰਦੇ ਨੇ ਤੁਸੀਂ ਸਵਾਲ ਕੀਤਾ ਸੀ ਕਿ ਬਾਣੀ ਪੜ੍ਹ ਕੇ ਕੀ ਫਾਇਦਾ ਹੈ। ਜਿਸ ਤਰ੍ਹਾਂ ਮਾਯੂ ਪੰਖੀ ਥੱਲੇ ਜ਼ਮੀਨ ਤੇ ਧਰਤੀ ਤੇ ਨਹੀਂ ਆਉਂਦਾ, ਬੱਚੇ ਹੋਣ ਤੇ ਵੀ ਆਪਣੇ ਬੱਚੇ ਨੂੰ ਚੁੱਕ ਕੇ ਫਿਰ ਅਸਮਾਨ ਤੇ ਲੈ ਜਾਂਦਾ ਹੈ, ਇਸੇ ਤਰ੍ਹਾਂ ਸਾਡੇ ਵਰਗੇ ਜੀਵ ਜਦੋਂ ਨਿਮਾਣੇ ਹੋ ਕੇ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਇਹ ਬਾਣੀ ਪੜ੍ਹਦੇ ਨਾ, ਤੇ ਬਾਣੀ ਧੁਰੋਂ ਆਈ ਹੁੰਦੀ ਏ, ਉਹ ਵੀ ਫਿਰ ਪੜ੍ਹ ਕੇ ਧੁਰ ਤੱਕ ਲੈ ਕੇ ਜਾਂਦੀ ਹੈ। ਕਿਉਂਕਿ ਇਹ ਬਾਣੀ ਦਾ ਸੰਦੇਸ਼ ਹੈ ਕਿ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਜਦੋਂ ਬਾਣੀ ਪੜ੍ਹ ਕੇ ਅਸੀਂ, ਬਾਣੀ ਸਾਨੂੰ ਪੜ੍ਹ ਕੇ ਉਸ ਅਡੋਲ ਦੇਸ਼ ਲੈ ਜਾਏਗੀ ਜਿਸ ਦੇਸ਼ ਤੋਂ ਬਾਣੀ ਆਈ ਹੈ। तो महाराज ने इत्थे यही कहा कि ऊंचे ऊपर ऊंचा नाम, वो आप उच्चा है, ਉਹਦਾ नाम भी उस तो उच्चा है, और ਜਿਹੜਾ इस नाम ਨੂੰ ਜਪੇਗਾ ਉਹ परमात्मा ਦੇ ਨੇੜੇ हो जाएगा, परमात्मा ਦੇ निज घर ਵਿੱਚ पहुंच जाएगा। ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਮਹਾਰਾਜ ਕਹਿੰਦੇ ਨੇ ਏਵੜ, ਦੇਖੋ ਇਹ ਚਾਰ ਅੱਖਰ ਆਉਂਦੇ ਨੇ, ਏਵੜ, ਜੇਵੜ, ਤੇਵੜ, ਕੇਵੜ। ਗੁਰਬਾਣੀ ਵਿੱਚ ਚਾਰ ਅੱਖਰ ਆਉਂਦੇ ਨੇ। ਏਵੜ ਹੁੰਦਾ ਐਨਾ ਵੱਡਾ, ਤੇਵੜ ਹੁੰਦਾ ਤਿੰਨਾ ਵੱਡਾ, ਕੇਵੜ ਹੁੰਦਾ ਕਿੰਨਾ ਵੱਡਾ, ਜੇਵੜ ਹੁੰਦਾ ਜਿੰਨਾ ਵੱਡਾ। ਤੇ ਇੱਥੇ ਆਇਆ ਏਵੜ, ਐਨਾ ਵੱਡਾ, ਉੱਚਾ ਹੋਵੇ ਕੋਈ। ਅਗਰ ਪਰਮਾਤਮਾ ਨੂੰ ਕਿਸੇ ਨੇ ਲੱਭਣਾ ਤੇ ਪਰਮਾਤਮਾ ਜਿੰਨਾ ਹੋਣਾ ਚਾਹੀਦਾ ਨਾ ਕੋਈ। ਮਹਾਰਾਜ ਕਹਿੰਦੇ ਨੇ ਏਵੜ ਉੱਚਾ, ਐਨਾ ਉੱਚਾ ਕੋਈ ਹੋਵੇ, ਤਿਸ ਉੱਚੇ ਕੋ ਜਾਣੇ ਸੋਏ। ਅਗਰ ਕੋਈ ਪਰਮਾਤਮਾ ਦੇ ਬਰਾਬਰ ਹੋਏਗਾ ਤੇ ਉਹ ਤਾਂ ਹੀ ਸੋਚੇਗਾ ਨਾ, ਤਾਂ ਹੀ ਪਰਮਾਤਮਾ ਨੂੰ ਲੱਭ ਸਕਦਾ ਹੈ ਨਾ। ਤਾਂ ਗੁਰੂ ਸਾਹਿਬ ਕਹਿੰਦੇ ਨੇ ਜੇਵੜ ਆਪ ਜਾਣੇ ਆਪ ਜੇਵੜ, ਜਿੰਨਾ ਵੱਡਾ ਉਹ ਆਪ ਹੈ ਨਾ, ਉਹ ਆਪ ਹੀ ਜਾਣਦਾ ਹੈ, ਕਿਉਂਕਿ ਦੂਜਾ ਕੋਈ ਹੈ ਹੀ ਨਹੀਂ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੇ ਜੇ ਦੂਸਰ ਹੋਏ। ਮਹਾਰਾਜ ਕਹਿੰਦੇ ਮੈਂ ਸ਼ੱਕ ਤਾਂ ਕਰਾਂ ਕਿ ਦੂਜਾ ਹੋਏ, ਉਹਦੇ ਵਰਗਾ ਕੋਈ ਹੈ ਹੀ ਨਹੀਂ, ਉਹਦਾ ਸਾਨੀ ਨਹੀਂ ਹੈ। ਜੇ ਸਾਨੀ ਨਹੀਂ ਹੈ ਤੇ ਉਹ ਆਪ ਹੀ ਵੱਡਾ ਹੈ, ਜਿਹਨੂੰ ਕਹਿੰਦੇ ਨੇ ਆਲ ਇਨ ਆਲ। ਉਹ ਪਰਮਾਤਮਾ ਆਪ ਹੀ ਹੈ। ਜੇਵੜ ਆਪ ਜਾਣੇ ਆਪ, ਇਸ ਕਰਕੇ ਨਾਨਕ ਰੁਕ ਕੇ ਨਦਰੀ ਕਰਮੀ ਦਾਤ। ਉਹਦੀਆਂ ਫਿਰ ਜਿਹੜੀਆਂ ਦਾਤਾਂ ਨੇ ਨਾ, ਉਹ ਬਿਨਾਂ ਬਖਸ਼ਿਸ਼ ਤੋਂ, ਬਿਨਾਂ ਉਹਦੀਆਂ ਰਹਿਮਤਾਂ ਤੋਂ, ਉਹਦੀ ਉਦਾਰਤਾ ਤੋਂ ਬਿਨਾਂ ਇਹ ਦਾਤਾਂ ਪ੍ਰਾਪਤ ਨਹੀਂ ਹੋ ਸਕਦੀਆਂ। ਤਾਂ ਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਉਹਦੇ ਅੰਤ ਪਾਉਣ ਵੱਲ ਨਾ ਜਾਈਏ, ਅਸੀਂ ਰੋਜ਼ ਸਤ ਸੰਗਤ ਕਰੀਏ, ਨਾਮ ਤੁਸੀਂ ਜਪੀ ਜਾਓ। ਕਿਰਪਾ ਕਰਨੀ ਨਾ ਕਰਨੀ ਇਹ ਪਰਮਾਤਮਾ ਦੇ ਹੱਥ 'ਚ, ਉਹ ਸਭ ਕੁਝ ਜਿਵੇਂ ਕਰਾਏਗਾ। ਜਿਉਂ-ਜਿਉਂ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ, ਸਾਨੂੰ ਪਰਮਾਤਮਾ ਉਸ ਅਡੋਲ ਦੇਸ਼ ਵਿੱਚ ਲੈ ਜਾਂਦਾ ਹੈ, ਜਿੱਥੇ ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਉਹ ਪਰਮਾਤਮਾ ਅਡੋਲ ਹੈ ਤੇ ਉਸ ਅਡੋਲ ਦੇਸ਼ ਵਿੱਚ ਸਾਨੂੰ ਲੈ ਜਾਂਦੀ ਹੈ, ਕਿਉਂਕਿ ਇਹ ਬਾਣੀ ਗੁਰੂ ਨਾਨਕ ਦੇ ਹਿਰਦੇ ਵਿੱਚੋਂ ਆਈ ਹੈ, ਤੇ ਗੁਰੂ ਨਾਨਕ ਦੇ ਹਿਰਦੇ ਵਿੱਚ ਸਾਡੀ ਇਸ ਜੋਤ ਨੂੰ ਮਿਲਾ ਦਿੰਦੀ ਹੈ। ਤਾਂ ਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਪਰਮਾਤਮਾ ਦੀ ਬੇਅੰਤਤਾ ਦੇ ਗੁਣ ਗਾਈਏ। ਜਿਉਂ-ਜਿਉਂ ਗੁਣ ਗਾਵਾਂਗੇ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹੋਮੈ ਬਿਕ ਫੈਲ। ਜਿਉਂ-ਜਿਉਂ ਪਰਮਾਤਮਾ ਦੇ ਗੁਣ ਗਾਵਾਂਗੇ, ਸਾਡੀ ਮੈਂ ਰੂਪੀ ਮੈਲ ਬਾਹਰ ਆਏਗੀ, ਅਸੀਂ ਪਰਮਾਤਮਾ ਦੇ ਨੇੜੇ ਹੁੰਦੇ ਜਾਵਾਂਗੇ। ਫਿਰ ਕੀ ਹੋਏਗਾ? ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ